सत श्री अकाल पंजाब देख रहे सारे दर्शकों का स्वागत। मैं हाँ मनप्रीत कौर तो बुलेटिन की शुरुआत सब तो पहले नजर हेडलाइंस ते। तवा मंडी च कैबिनेट मंत्री गुरप्रीत कांगड़ का किसानों ने किया तिखा विरोध। बरनाला के पिंड रायसर च स्टेडियम का उद्घाटन करने पहुंचे सन कांगड़। विरोध कारण बिना उद्घाटन किए ही परते कैबिनेट मंत्री। नवे खेती कानूनों के विरोध च किसानों का अंदोलन लगातार जारी। ट्रैक्स ते डटिया ने किसान जथेबंदियां। महिलावां वालों भी संघर्ष च साथ देने का ऐलान। रेल ट्रैक जाम कर की आवाज बुलंद। किसान अंदोलन के मद्देनजर रेलवे विभाग चौकस। रद्द कीतियां गईयां कई ट्रेनां। कईयां दे बदले गए रूट। अमृतसर हरिद्वार समेत दिल्ली जम्मू राजधानी स्पैशल ट्रेनां भी रहनगियां रद्द। आज देश नूं मिलेगी सब तो उच्ची अटल टनल। पीएम मोदी करेंगे उद्घाटन। रक्षा मंत्री राजनाथ सिंह भी रहणगे मौजूद। मनाली ते लेह विचकार दी कटेगी दूरी। तो बुलेटिन की शुरुआत करदे हां। वख-वख थावां ते किसान जथेबंदियां अजे भी खेती कानून नूं लैके डटियां होईयां ने। विरोध किया जा रहा है। वख-वख थावां ते रेलवे ट्रैक्स अजे भी जाम किए गए ने। सो सरकार दे नाल आर पार दी लड़ाई जारी है। सो दस दिए कि अक्तूबर तो विरोध प्रदर्शन करदियां होया 1 अक्तूबर तो जिसकी शुरुआत की गई सी। पहला चक्का जाम किया गया सी। उत्थे ही नैशनल हाईवे ते टोल प्लाजे घेरे जा रहे ने ते नाल ही पेट्रोल पंपां ते मॉल्स अगे भी धरने लगा के कॉरपोरेट घराणियां दा मुकम्मल बाईकाट किया जा रहा है। जो 31 जथेबंदियां कहने मोदी सरकार के खिलाफ मोर्चा खोलिया, उस मोर्चे का अज दूजा दिन है। पहले असीं ट्रैक बंद किए, रेलों के चक्के जाम किए। अज असीं मोदी सरकार की ते भाजपा के जिन्हें नुमाइंदे उन्होंने की अर्थी साड़ी आ। ਜਿਹੜਾ ਇਹ ਸੰਘਰਸ਼ ਹੈ ਇਹ ਸਾਡਾ ਸੰਘਰਸ਼ ਉਹਨਾਂ ਚਿਰ ਜਾਰੀ ਰਹੂ ਜਿੰਨਾ ਚਿਰ ਮੋਦੀ ਸਰਕਾਰ ਕੋਲੋਂ ਚਾਲੇ ਕਾਲੇ ਕਾਨੂੰਨ ਜਿਹੜੇ ਵਾਪਸ ਨਹੀਂ ਲੈਂਦੇ। ਇਹ ਅੱਜ ਸਾਡਾ ਦੂਜਾ ਦਿਨ ਹੈ ਤੇ 7 ਤਰੀਕ ਨੂੰ ਅਗਲਾ ਐਲਾਨ ਕਰਨਾ ਉਹ ਤਿੱਖੇ ਸੰਘਰਸ਼ ਦਾ ਕਰਨਾ। ਜ਼ਮੀਨਾਂ ਦੇ ਉੱਤੇ ਕਾਬਜ਼ ਹੋ ਕੇ ਵੱਡੀਆਂ ਕੰਪਨੀਆਂ ਨੂੰ ਦੇਣਾ ਅਸੀਂ ਚਾਹੁੰਦੇ ਆ ਕਿ ਉਹ ਤੋਂ ਪਹਿਲਾਂ ਇਹਨਾਂ ਨੂੰ ਕਾਹਤੇ ਨਾ ਜਿਹੜਾ ਇੱਥੋਂ ਰੋਕਿਆ ਜਾਵੇ। ਜਿਹੜਾ ਇਹ ਸਾਰਾ ਕੁਝ ਇਹ ਕਰ ਰਹੇ ਆ ਵੀ ਸਾਡੀ ਲੁੱਟ ਕਰਨ ਆਉਣੇ ਆ ਵੀ ਜਿਹੜੇ ਇਹਨਾਂ ਦੇ ਪੰਪ ਆ ਇਹਨਾਂ ਦਾ ਰਿਲਾਇੰਸ ਫਰੈਸ਼ ਦਾ ਜਾਂ ਜਿਹੜਾ ਇਹਨਾਂ ਦਾ ਜਿਹੜਾ ਜੀਓ ਦਾ ਆ ਇਹ ਕਿਉਂ ਨਾ ਵਿਰੋਧ ਕੀਤਾ ਜਾਵੇ। ਇਹ ਉਹ ਅਡਾਨੀ ਅੰਬਾਨੀ ਤੇ ਉਹਨਾਂ ਦੇ ਭਾਈ ਵਾਲੇ ਕੰਪਨੀ ਹੈ ਤੇ ਅਸੀਂ ਕਿਉਂਕਿ ਕਿਸਾਨ 31 ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਅਸੀਂ ਉਹਦਾ ਹਿੱਸਾ ਆ। ਅਸੀਂ ਜਿੱਥੇ ਉਹ ਰੇਲਾਂ ਰੋਕ ਰਹੇ ਆ ਉੱਥੇ ਇਹਨਾਂ ਕਾਰਪੋਰੇਟਾਂ ਦੇ ਉੱਤੇ ਸੱਟ ਮਾਰਨ ਲਈ ਇਹਨਾਂ ਨੂੰ ਆਰਥਿਕ ਤੌਰ ਤੇ ਇਹਨਾਂ ਨੂੰ ਚੱਲਦਾ ਕਰਨ ਲਈ ਇਹ ਜਿਹੜਾ ਹੈਗਾ ਜਿਹੜਾ ਧਰਨਾ ਆ ਪੁਰਅਮਨ ਜਿਹੜਾ ਸ਼ਾਂਤਮਈ ਧਰਨਾ ਇੱਥੇ ਦਿੱਤਾ ਜਾ ਰਿਹਾ। ਇਹ 85 ਪੈਟਰੋਲ ਪੰਪ ਨੇ ਪੰਜਾਬ ਦੇ ਵਿੱਚ। ਇਹਨਾਂ ਦੇ ਸਾਰਿਆਂ ਤੇ ਅਸੀਂ ਧਰਨੇ ਲਾਤੇ। ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦਾ ਮੋਦੀ ਉਹਨਾਂ ਚਿਰ ਇਹਨਾਂ ਦੇ ਪੰਪ ਨਹੀਂ ਚੱਲਣ ਦਿੰਦੇ। ਅਸੀਂ ਮੌਲ ਵੀ ਬੰਦ ਕਰਾ ਕੇ ਆਏ ਆ, ਉਹਨੂੰ ਜਿੰਦਾ ਲਵਾਇਆ ਏ। ਸਾਡਾ ਇਹ ਫੈਸਲਾ ਅਣਮਿੱਥੇ ਸਮੇਂ ਤਾਈਂ ਆਰਡੀਨੈਂਸ ਵਾਪਸ ਲਵੋ, ਉਹਨਾਂ ਚਿਰ ਇਹ ਤੁਹਾਡੇ ਨਹੀਂ ਚੱਲਣ ਦੇਵਾਂਗੇ। ਉੱਥੇ ਕਿਸਾਨ ਸਾਡੇ ਵਿੱਚ ਜਿਹੜੇ ਬੈਠੇ ਨੇ ਕੇਂਦਰ ਦੇ ਵਿੱਚ ਮੰਤਰੀ ਉਹ ਡਿੰਗਾ ਮਾਰਦੇ ਨੇ। ਇਹ ਕਿਸਾਨਾਂ ਦੇ ਹੱਕ 'ਚ ਆ, ਇਹ ਕਿਸਾਨਾਂ ਦੇ ਉਹ ਦੁਸ਼ਮਣ ਨੇ। सो खेती कानून का विरोध लगातार जारी है तो किसानों का रेल रोको अंदोलन होर भी तेज़ हो चुका है। किसानों ने अनमिथे समय के लिए धरने लाए हुए ने। खेती कानून रद्द करने की मंग की जा रही है, जोर फड़ती जा रही है। सो बठिंडा अंबाला दिल्ली ट्रैक से भी किसान डटे हुए ने। शंभू बॉर्डर से भी किसानों ने जिथे धरना प्रदर्शन किया उत्थे कलाकार भी इस धरने प्रदर्शन के शामिल हुए ने। किसानों के समर्थन के उतरे ने।
ਸੋ ਦੱਸ ਦਈਏ ਕਿ ਅਜੇ ਵੀ ਕਿਸਾਨਾਂ ਦੇ ਵੱਲੋਂ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਜਾਰੀ ਰੱਖਿਆ ਗਿਆ ਹੈ ਤੇ ਵੱਖ-ਵੱਖ ਥਾਵਾਂ ਤੇ ਰੇਲਵੇ ਟਰੈਕ ਜਾਮ ਕੀਤੇ ਗਏ ਨੇ, ਰੇਲ ਆਵਾਜਾਈ ਠੱਪ ਕੀਤੀ ਗਈ ਹੈ। ਉਧਰ ਸੰਗਰੂਰ, ਮੋਗਾ, ਬਰਨਾਲਾ ਦੇ ਵਿੱਚ ਵੀ ਅਜਿਹੇ ਹਾਲਾਤ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਗਏ ਨੇ। ਸੁਨਾਮ ਰੇਲਵੇ ਟਰੈਕ ਦੀ ਗੱਲ ਕਰੀਏ ਤਾਂ ਇੱਥੇ ਮਹਿਲਾਵਾਂ ਟ੍ਰੇਨਾਂ ਰੋਕ ਕੇ ਡਟੀਆਂ ਹੋਈਆਂ ਨੇ। ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਸੋ ਮਹਿਲਾਵਾਂ ਦੇ ਵੱਲੋਂ ਵੀ ਸੰਘਰਸ਼ ਵਿੱਚ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ। ਖੇਤੀ ਕਾਨੂੰਨ ਦੇ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ ਹੈ। ਲੁਧਿਆਣਾ, ਹਿਸਾਰ, ਦਿੱਲੀ ਰੇਲਵੇ ਟਰੈਕ ਜਾਮ ਕੀਤਾ ਗਿਆ ਹੈ। ਮੋਗਾ ਤੇ ਬਰਨਾਲਾ ਦੇ ਵਿੱਚ ਵੀ ਟ੍ਰੇਨਾਂ ਰੋਕੀਆਂ ਗਈਆਂ ਨੇ। ਸੂਬੇ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਇਹ ਧਰਨਾ ਪ੍ਰਦਰਸ਼ਨ ਜਾਰੀ ਹੈ। ਰੇਲ ਰੋਕੋ ਅੰਦੋਲਨ ਲਗਾਤਾਰ ਜਾਰੀ ਹੈ। ਜਥੇਬੰਦੀਆਂ ਦੀ ਮੀਟਿੰਗ ਵੀ ਹੋਈ ਹੈ ਜਿਸ ਵਿੱਚ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਕਿਸ ਤਰ੍ਹਾਂ ਹੋਰ ਅੱਗੇ ਸੰਘਰਸ਼ ਨੂੰ ਲੈ ਕੇ ਜਾਣਾ ਹੈ, ਇਸ ਨੂੰ ਲੈ ਕੇ ਵਿਚਾਰਾਂ ਵੀ ਕੀਤੀਆਂ ਜਾ ਰਹੀਆਂ ਨੇ। ਸੋ ਇਹ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਨੇ ਮੋਗਾ, ਬਰਨਾਲਾ, ਸੰਗਰੂਰ ਦੀਆਂ। ਸੋ ਕਿਸਾਨਾਂ ਦੇ ਨਾਲ-ਨਾਲ ਮਹਿਲਾਵਾਂ ਵੀ ਜਿਹੜੀਆਂ ਨੇ ਸ਼ਾਮਲ ਨੇ ਧਰਨਿਆਂ ਦੇ ਵਿੱਚ ਤੇ ਔਰਤਾਂ ਦੇ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਉਹ ਵੀ ਕਿਸਾਨਾਂ ਦਾ ਸਾਥ ਦੇਣਗੇ ਤੇ ਉਹ ਵੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਚੁੱਕ ਰਹੇ ਨੇ। देखो भी सब तो अगे साडी जथेबंदी का यह होया भी असी सारी प्रधान हाँ सारे असी आपदे होवां भी अगवाई मेरी ये वध तो वध भी आपदे भैणां नूं वध तो वध जागरूक करा आपदे नौजवानां नूं करिए भी किवें साडे ये कानून ने जिहड़े एक गल च साडे मोदी ने एक फराहा देता भी वध तो वध असी जागरूक करके अपनी माइयां भैणां नूं अगे ला के जागरूक करके उन्हां नूं असी आपदे मूहरे संघर्षां च ले के आईए, उन्हां नूं पता लगे भी साडे नाल किवें बीत रहीआं ने। ਸਾਡੀ ਵੱਧ ਤੋਂ ਵੱਧ ਇਹੀ ਕੋਸ਼ਿਸ਼ ਹੈ। ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਕਿਉਂਕਿ ਸਾਥੋਂ ਜਾਇਦਾਦਾਂ ਖੋਣ ਦੇ ਸਰਕਾਰ ਨੇ ਜਿਹੜੀਆਂ ਚਾਲਾਂ ਚੱਲੀਆਂ ਨੇ ਉਹ ਚਾਲਾਂ ਅਸੀਂ ਉਹਦੀਆਂ ਕਦੇ ਵੀ ਨਹੀਂ ਪੂਰੀਆਂ ਹੋਣ ਦੇਵਾਂਗੇ। ਅੱਜ ਆਖਰ ਨੂੰ ਇਹ ਲੋਕ ਜਿੱਤਣਗੇ, ਦਿੱਲੀ ਹਾਰੂਗੀ, ਇਹ ਅਸੀਂ ਵਿਸ਼ਵਾਸ ਕਰਕੇ ਚੱਲੇ ਹਾਂ। ਚਾਹੇ ਸਾਨੂੰ ਇੱਥੇ ਮਹੀਨਾ ਬੈਠਣਾ ਪੈ ਜਾਏ। ਪਿੱਛੇ ਸਾਡਾ ਤੁਸੀਂ ਇਤਿਹਾਸ ਦੇਖਿਆ, ਮਨਜੀਤ ਸਿੰਘ ਧਨੇਰ ਨੂੰ ਰਿਹਾ ਕਰਾਉਣ ਦੀ ਖਾਤਰ ਅਸੀਂ ਲਗਾਤਾਰ 2 ਮਹੀਨੇ ਬਰਨਾਲਾ ਜੇਲ੍ਹ ਦੇ ਮੂਹਰੇ ਗੁਜ਼ਾਰੇ ਸੀ ਤੇ ਅੱਜ ਵੀ ਉਸੇ ਤਰ੍ਹਾਂ ਦ੍ਰਿੜਤਾ ਨਾਲ ਆਏ ਹਾਂ, ਇਰਾਦੇ ਨਾਲ ਆਏ ਹਾਂ, ਪੂਰੇ ਪੱਕੇ ਇਰਾਦਿਆਂ ਨਾਲ ਆਏ ਹਾਂ ਵੀ ਇਸ ਮੋਰਚੇ ਨੂੰ ਫਤਿਹ ਕਰਕੇ ਹੀ ਅਸੀਂ ਸਾਹ ਲੈਣਾਗਾ। ਦੇਖੋ ਵੀ ਸਭ ਤੋਂ ਅੱਗੇ ਸਾਡੀ ਜਥੇਬੰਦੀ ਦਾ ਇਹ ਹੋਇਆ ਵੀ ਸੋ ਕਿਸਾਨਾਂ ਦੇ ਵੱਲੋਂ ਸਿਰਫ ਰੇਲਵੇ ਟਰੈਕ ਹੀ ਨਹੀਂ ਜਾਮ ਕੀਤੇ ਜਾ ਰਹੇ, ਸੜਕਾਂ ਦੇ ਉੱਤੇ ਵੀ ਪ੍ਰਦਰਸ਼ਨ ਜਾਰੀ ਤੇ ਇਸੇ ਦੌਰਾਨ ਤਲਵੰਡੀ ਭਾਈ ਦੇ ਟੋਲ ਪਲਾਜ਼ਾ ਤੇ ਵੀ ਧਰਨਾ ਕਿਸਾਨਾਂ ਦੇ ਵੱਲੋਂ ਜਾਰੀ ਰੱਖਿਆ ਗਿਆ ਹੈ। ਸੋ ਲਗਾਤਾਰ ਪਿਛਲੇ 2 ਦਿਨਾਂ ਤੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਸੀ, ਅੱਜ ਵੀ ਧਰਨਾ ਜਾਰੀ ਹੈ। ਟੋਲ ਵਸੂਲੀ ਦਾ ਕੰਮ ਠੱਪ ਕਰਵਾਇਆ ਗਿਆ ਹੈ। ਪਿੰਡ ਕੋਟ ਕਰੋੜ ਕਲਾਂ ਵਿਖੇ ਘਿਰਾਓ ਕੀਤਾ ਗਿਆ ਕਿਸਾਨਾਂ ਦੇ ਵੱਲੋਂ। ਸੋ ਜਿੱਥੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਤੇ ਖੇਤੀ ਐਕਟਾਂ ਦੇ ਖਿਲਾਫ ਕਿਸਾਨਾਂ ਦੇ ਵਿੱਚ ਗੁੱਸਾ ਵੱਧ ਰਿਹਾ ਹੈ, ਜਿਸ ਨੂੰ ਲੈ ਕੇ ਲਗਾਤਾਰ ਕੇਂਦਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸੋ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਨੇ, ਰੇਲ ਰੋਕੋ ਅੰਦੋਲਨ ਜਾਰੀ ਰੱਖਿਆ ਗਿਆ, ਉੱਥੇ ਦੂਸਰੇ ਪਾਸੇ ਸੜਕਾਂ ਦੇ ਉੱਤੇ ਵੀ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਲਗਾਏ ਜਾ ਰਹੇ ਨੇ। ਸੋ ਜੇਕਰ ਗੱਲ ਕਰੀਏ ਤਲਵੰਡੀ ਭਾਈ ਦੀ ਤੇ ਇੱਥੇ ਟੋਲ ਪਲਾਜ਼ਾ ਤੇ ਵੀ ਧਰਨਾ ਲਗਾਇਆ ਗਿਆ ਕਿਸਾਨਾਂ ਦੇ ਵੱਲੋਂ। ਟੋਲ ਕਾਰਵਾਈ ਠੱਪ ਕੀਤੀ ਗਈ ਹੈ। ਸਾਡਾ ਮਸਲਾ ਜੀ ਕਿਸਾਨਾਂ ਦਾ ਜਿਹੜਾ ਇਹਨਾਂ ਨੇ ਆਰਡੀਨੈਂਸ ਪਾਸ ਕੀਤਾ, 3 ਬਿੱਲ ਪਾਸ ਕੀਤੇ ਆ, ਉਹਦੇ ਵਿੱਚ ਅਸੀਂ ਰੋਸ ਮੁਜ਼ਾਹਰਾ ਕਰਨ ਦੇ ਲਈ ਪਿੰਡਾਂ ਦੇ ਸਾਰੇ ਕਿਸਾਨ ਇਕੱਠੇ ਹੋਏ ਆ। ਜਥੇਬੰਦੀਆਂ ਦੇ ਨਾਲ, ਕਲਾਕਾਰਾਂ ਦੇ ਨਾਲ, ਸਮਾਜ ਸੇਵੀਆਂ ਦੇ ਨਾਲ ਅਸੀਂ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਇਸ ਮਸਲੇ ਦੇ ਉੱਤੇ ਆਏ ਆ। ਸਾਡੀ ਬੇਨਤੀ ਹੈ ਵੀ ਵੱਧ ਤੋਂ ਵੱਧ ਕਿਸਾਨ ਜਿਹੜੇ ਹਜੇ ਵੀ ਘਰਾਂ ਦੇ ਵਿੱਚ ਬੈਠੇ ਆ, ਨੌਜਵਾਨ, ਬਜ਼ੁਰਗ ਸਾਰੇ ਦੇ ਸਾਰੇ ਆਉਣ। ਇਹ ਸੰਘਰਸ਼ ਨੂੰ ਆਪਾਂ ਇੰਨਾ ਕੁ ਤਕੜਾ ਕਰੀਏ ਵੀ ਆਪਾਂ ਜਿਹੜਾ ਇਹ ਟੋਲ ਪਲਾਜ਼ਾ ਰੋਕਿਆ ਇਹ ਘੰਟਿਆਂ ਦੇ ਵਿੱਚ ਨਹੀਂ, ਬਲਕਿ ਆਪਾਂ ਇਹਨੂੰ ਜਿੰਨਾ ਟਾਈਮ ਹੈ ਇਹਨੂੰ ਇਹਨਾਂ ਦੀ ਚੀਕ ਨਹੀਂ ਨਿਕਲਦੀਗੀ ਉਹਨਾਂ ਤੱਕ ਆਪਾਂ ਇਹਨੂੰ ਰੋਕਣਾ। ਸਾਡਾ ਮਸਲਾ ਜੀ ਕਿਸਾਨਾਂ ਦਾ ਜਿਹੜਾ ਇਹਨਾਂ ਨੇ ਆਰਡੀਨੈਂਸ ਪਾਸ ਕੀਤਾ, 3 ਬਿੱਲ ਪਾਸ ਕੀਤੇ ਆ, ਉਹਦੇ ਵਿੱਚ ਉਧਰ ਬਿਕਰਮ ਸਿੰਘ ਮਜੀਠੀਆ ਦੀ ਪੱਤਰਕਾਰ ਮਿਲਣੀ ਹੋਈ ਹੈ, ਜਿਸ ਦੇ ਤਹਿਤ ਬਿਕਰਮ ਮਜੀਠੀਆ ਦੇ ਵੱਲੋਂ ਕੇਂਦਰ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਗਏ ਨੇ ਤੇ ਸੂਬਾ ਸਰਕਾਰ ਤੇ ਵੀ। ਚੰਡੀਗੜ੍ਹ ਸਰਹੱਦ ਤੇ ਪੁਲਿਸ ਵਰਤਾਰੇ ਨੂੰ ਲੈ ਕੇ ਮੀਡੀਆ ਦੇ ਮੁਖਾਤਬ ਹੋਏ ਨੇ। ਸੋ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਸ਼ਹਿ ਤੇ ਹੀ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਹੈ। ਸ਼ਾਂਤਮਈ ਕਿਸਾਨ ਮਾਰਚ ਤੇ ਲਾਠੀ ਚਾਰਜ ਕਰਨਾ ਨਿੰਦਣਯੋਗ ਹੈ। ਕਈ ਵਰਕਰਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਨ। ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਕਿਸਾਨ ਮਾਰਚ ਕੱਢੇ ਗਏ ਸਨ, ਜਿਸ ਦੌਰਾਨ ਚੰਡੀਗੜ੍ਹ ਪਹੁੰਚਣ ਤੇ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਲਗਾ ਕੇ ਰੋਕਿਆ ਗਿਆ ਸੀ
ਇਹਨਾਂ ਮੋਰਚਿਆਂ ਨੂੰ, ਜਿਸ ਦੌਰਾਨ ਲਾਠੀ ਚਾਰਜ ਵੀ ਹੋਇਆ। ਸੋ ਇਸੇ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ, ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਇਸ ਲਾਠੀ ਚਾਰਜ ਨੂੰ ਨਿੰਦਨਯੋਗ ਦੱਸਿਆ ਗਿਆ ਹੈ। ਕਈ ਵਰਕਰਾਂ ਨੂੰ ਇਸ ਦੌਰਾਨ ਗੰਭੀਰ ਸੱਟਾਂ ਵੀ ਲੱਗੀਆਂ। ਉਹਨਾਂ ਦਾ ਕਹਿਣਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਤੇ ਬਲ ਦਾ ਪ੍ਰਯੋਗ ਬਿਲਕੁਲ ਹੀ ਗਲਤ ਹੈ। ਸੋ ਉਹਨਾਂ ਇਹ ਵੀ ਸਾਫ਼ ਕੀਤਾ ਹੈ ਕਿ ਜੇਕਰ ਲੋੜ ਪਈ ਤਾਂ ਦਿੱਲੀ ਵੱਲ ਵੀ ਇਹ ਪਾਰਟੀ ਕੂਚ ਕਰੇਗੀ, ਦਿੱਲੀ ਤੱਕ ਪ੍ਰਦਰਸ਼ਨ ਨੂੰ ਲਿਜਾਇਆ ਜਾਏਗਾ। ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਗਏ ਨੇ ਉਹਨਾਂ ਦੇ ਵੱਲੋਂ ਅਤੇ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਜੋ ਕੁਝ ਦਿਨਾਂ 'ਚ ਹੋਣ ਵਾਲੀ ਹੈ ਉਸ ਨੂੰ ਵੀ ਡਰਾਮਾ ਕਰਾਰ ਦਿੱਤਾ ਉਹਨਾਂ ਨੇ। 13 ਘੰਟੇ ਲੱਗੇ ਕੱਲ ਚੰਡੀਗੜ੍ਹ ਪਹੁੰਚਣ ਲਈ ਔਰ ਲੋਕਾਂ ਨੇ ਬਹੁਤ ਹੀ ਪੀਸਫੁਲੀ ਆਪ ਦਾ ਪ੍ਰੋਟੈਸਟ ਲਾਂਚ ਕੀਤਾ। ਮਗਰ ਅਫਸੋਸ ਦੀ ਗੱਲ ਹੈ ਕਿ ਜੋ ਫਿਕਸਡ ਮੈਚ ਚੱਲਿਆ ਹੈ ਪੰਜਾਬ ਦੀ ਸਰਕਾਰ ਦਾ ਕੇਂਦਰ ਦੀ ਸਰਕਾਰ ਨਾਲ ਔਰ ਇਸ ਤਰੀਕੇ ਦਾ ਮਾਹੌਲ ਰਸਤੇ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਤੇ ਨਾ ਕਿਤੇ ਤਕਰਾਰ ਹੋਵੇ, ਕਿਤੇ ਨਾ ਕਿਤੇ ਲੜਾਈ ਝਗੜਾ ਹੋਵੇ ਔਰ ਅਸੀਂ ਇਸ ਨੂੰ ਇੱਕ ਨਵੀਂ ਰੰਗਤ ਦੇ ਸਕੇ। ਮਗਰ ਫਿਰ ਵੀ ਸਾਰਿਆਂ ਨੇ ਬੜੀ ਸੰਵੇਦਨਸ਼ੀਲ ਹੁੰਦੇ ਹੋਏ ਬੜੇ ਜ਼ਿੰਮੇਵਾਰ ਤਰੀਕੇ ਨਾਲ ਆਪ ਦਾ ਰੋਲ ਅਦਾ ਕੀਤਾ ਕਿ ਇਹ ਜਿਹੇ ਹਾਲਾਤ ਨਹੀਂ ਪੈਦਾ ਹੋਣ ਦਿੱਤੇ। ਹੁਣ ਤੁਸੀਂ ਵੇਖੋ ਜਦ ਅਸੀਂ ਲਾਸਟ ਪਹੁੰਚੇ ਆ ਇੱਥੇ ਚੰਡੀਗੜ੍ਹ, ਸਾਡੀ ਮੰਗ ਕੀ ਸੀ? ਚੰਡੀਗੜ੍ਹ ਕੋਈ ਓਪਰਾ ਤਾਂ ਨਹੀਂ, ਚੰਡੀਗੜ੍ਹ ਪੰਜਾਬ ਦਾ ਹੱਕ ਹੈ, ਪੰਜਾਬ ਦਾ ਅਧਿਕਾਰ ਹੈ ਚੰਡੀਗੜ੍ਹ ਤੇ ਅਸੀਂ ਇਹਨੂੰ ਆਪ ਦੀ ਰਾਜਧਾਨੀ ਮੰਨਦੇ ਆ ਔਰ ਅਸੀਂ ਬੜੇ ਇੱਕ ਡਿਸਪਲਿਨਡ ਤਰੀਕੇ ਨਾਲ ਔਰ ਅਖੀਰ 'ਚ ਵੀ ਭਾਵੇਂ ਸਾਡੀ ਬੜੀ ਵੱਡੀ ਗਿਣਤੀ 'ਚ ਵਰਕਰ ਜੋਸ਼ 'ਚ ਸਨ, ਉੱਥੇ ਸੁਖਬੀਰ ਜੀ ਨੇ ਵੀ ਸਾਰਿਆਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਇੱਥੇ ਬੈਠੇ ਆ, ਸਾਡਾ ਮੈਮੋਰੈਂਡਮ ਗਵਰਨਰ ਸਾਹਿਬ ਲੈ ਲੈਣ, ਅਸੀਂ ਸਾਡਾ ਹੋਰ ਕੋਈ ਮਕਸਦ ਨਹੀਂ। ਅਸੀਂ ਫਿਰ ਅਖੀਰ 'ਚ ਜਦੋਂ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਅਸੀਂ ਕਿਹਾ ਤੁਸੀਂ ਪੁਲਿਸ ਵਾਲੇ ਵੀਰ ਤੁਸੀਂ ਵੀ ਸਾਡੇ ਭਰਾ ਹੋ, ਤੁਸੀਂ ਉੱਥੇ ਬੈਠੇ ਹੋ, ਅਸੀਂ ਇੱਥੇ ਬੈਠੇ, ਅਸੀਂ ਆਰਾਮ ਨਾਲ ਰੱਬ ਰੱਬ ਕਰਦੇ ਆ, ਕਿਸੇ ਦਾ ਕੋਈ ਹੋਰ ਮਕਸਦ ਨਹੀਂ। ਸਾਡਾ ਇੱਕੋ ਮਕਸਦ ਹੈ ਕਿ ਕਿਸਾਨ ਭਰਾਵਾਂ ਦੀ ਜਿਹਦੇ ਨਾਲ ਪੰਜਾਬ ਦੀ ਇਕਨੋਮੀ ਜੁੜੀ ਹੈ, ਖੇਤ ਮਜ਼ਦੂਰ ਦੀ ਜ਼ਿੰਦਗੀ ਜੁੜੀ ਹੈ, ਆੜਤੀਏ ਦੀ ਜ਼ਿੰਦਗੀ ਜੁੜੀ ਹੈ, ਵਪਾਰੀ ਦੀ ਜ਼ਿੰਦਗੀ ਜੁੜੀ ਹੈ, ਹਰ ਵਰਗ ਉਹਦੇ ਨਾਲ ਕਨੈਕਟਡ ਹੈ। ਸਾਡੇ ਪੰਜਾਬ ਦੀ ਫਿਊਚਰ ਦਾ ਸਵਾਲ ਹੈ, ਸਾਡੇ ਨੌਜਵਾਨ ਪੀੜ੍ਹੀ ਦਾ ਸਵਾਲ ਹੈ। ਅਖੀਰ 'ਚ ਅਨਪ੍ਰੋਵੋਕਡ ਜਿਹੜਾ ਪੁਲਿਸ ਵਾਲਾ ਸਾਨੂੰ ਲੈ ਕੇ ਜਾ ਰਿਹਾ, ਪਤਾ ਨਹੀਂ ਨਾ ਉਹਨੇ ਤਾਂ ਵਧੀਆ ਰੋਲ ਅਦਾ ਕੀਤਾ ਮੈਂ ਆਖਾਂ, ਮਗਰ ਨਾਲ ਗਿਆ ਨੇ ਆ ਮੇਰੇ ਨਾਲ ਸਾਡਾ ਬਲਾਕ ਸੰਮਤੀ ਮੈਂਬਰ ਬੈਠੇ ਹਰਬਿਲਾਸ, ਇਹਦੀ ਵਿਚਾਰੇ ਦੀ ਉਹਦਾ ਹਾਲ ਹੈ, ਇਹਦੀ ਕੱਲ ਬਾਂਹ ਇਹਨੇ ਐਡੀ ਜ਼ੋਰ ਦੀ ਇਹਨੇ ਡਾਂਗ ਮਾਰੀ ਸਿਰ ਤੇ ਵੀ, ਫਿਰ ਇਹਦੀ ਬਾਂਹ ਤੇ ਵੀ, ਤੇ ਹੋਰ ਵੀ ਸਾਡੇ ਇੱਕ ਵਰਕਰ ਹੈ ਉਹਦੇ ਗੁੱਟ ਤੇ ਮਾਰੀ, ਇੱਕ ਮੁੰਡੇ ਦੇ ਪੱਟ ਦੱਸਦੇ ਐਨ ਇਸ ਤਰ੍ਹਾਂ ਤਾਬੜ ਤੋੜ ਹਮਲਾ ਕਰਤਾ। ਇੱਕ ਪਾਸੇ ਕਹਿੰਦੇ ਤੁਸੀਂ ਅੰਦਰ ਰੈਸਟ ਹੋ ਔਰ ਦੂਜੇ ਪਾਸੇ ਤਾਬੜ ਤੋੜ ਹਮਲਾ ਕਰਨਾ ਇੱਕ ਤਰੀਕੇ ਦਾ ਇਹਨਾਂ ਦੀ ਕੋਸ਼ਿਸ਼ ਸੀ ਕਿ ਸੰਕੇਤ ਭੇਜਣਾ ਸਾਨੂੰ ਨਹੀਂ, ਸਾਨੂੰ ਤਾਂ 1000 ਡਾਂਗਾ ਮਾਰ ਲਓ, 2000 ਮੰਨ ਲਓ। ਅੱਜ ਅਸੀਂ ਮੈਂ ਫੇਰ ਦੱਸ ਦਿਆਂ ਤਾਂ ਫੇਰ ਆਵਾਂਗੇ, ਦਿੱਲੀ ਵੀ ਜਾਵਾਂਗੇ। ਕਿ ਦਿੱਲੀ ਦੀ ਸਰਕਾਰ, ਕੇਂਦਰ ਦੀ ਸਰਕਾਰ ਇਹ ਸਮਝਦੀ ਹੈ ਕਿ ਸਾਡੇ ਤੇ ਡਾਂਗਾ ਮਾਰ ਕੇ ਕਿਸੇ ਕਿਸਾਨ ਭਰਾ ਪੰਜਾਬ ਦੇ ਜ਼ਿੰਮੇਵਾਰ ਸੱਜਣ ਜਿਹੜੇ ਆਪਦੀ ਪੰਜਾਬ ਦੀ ਇਸ ਨੌਜਵਾਨ ਪੀੜ੍ਹੀ ਦੀ ਲੜਾਈ ਲੜ ਰਹੇ, ਪੰਜਾਬ ਦੇ ਭਵਿੱਖ ਦੀ ਲੜਾਈ ਲੜ ਰਹੇ, ਉਹ ਚੁੱਪ ਕਰ ਜਾਣਗੇ? ਕਿ ਡੈਮੋਕ੍ਰੇਸੀ 'ਚ ਹੁਣ ਆਪ ਦਾ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਦਰਜ ਕਰਾਉਣਾ ਅਗੇਂਸਟ ਐਨ ਐਕਟ ਕੀ ਇਹ ਕ੍ਰਾਈਮ ਹੋ ਗਿਆ? ਇਹ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਸ ਤਰੀਕੇ ਨਾਲ ਰਾਜ ਸਭਾ 'ਚ ਜੋ ਲੋਕਤੰਤਰ ਦਾ ਘਾਣ ਹੋਇਆ ਉਹ ਰਿਪੀਟ ਆਫ ਹਿਸਟਰੀ ਹੋਈ ਹੈ। ਉਹ ਉਸੇ ਤਰੀਕੇ ਦਾ ਕੱਲ ਅਸੀਂ ਵੇਖਿਆ ਕਿ ਕਿਵੇਂ ਇੱਕ ਸ਼ਾਂਤਮਈ ਪ੍ਰੋਟੈਸਟ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇੱਕ ਇਸੇ ਲਈ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਕਿਸਾਨੀ ਨਾਲ ਸੰਬੰਧਿਤ ਹੈ। ਇਸ ਲਈ ਮੈਂ ਅੱਜ ਅਪੀਲ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਚਾਲਾਂ ਤੋਂ ਵੀ ਸਾਨੂੰ ਬਚਣ ਦੀ ਲੋੜ ਹੈ ਔਰ ਕੇਂਦਰ ਦੀ ਸਰਕਾਰ ਦੀ ਚਾਲਾਂ ਤੋਂ ਵੀ ਬਚਣ ਦੀ ਲੋੜ ਹੈ। ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਕਿਸਾਨ ਮਾਰਚ ਦੇ ਉੱਤੇ ਹੋਏ ਲਾਠੀ ਚਾਰਜ ਨੂੰ ਹਰ ਪਾਸਿਓਂ ਨਿੰਦਿਆ ਜਾ ਰਿਹਾ ਹੈ ਤੇ ਕਈ ਸਿਆਸੀ ਆਗੂਆਂ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਉਧਰ ਆਦਮਪੁਰ ਪਹੁੰਚੇ ਇਸਤਰੀ ਅਕਾਲੀ ਦਲ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਵੀ ਆਪਣਾ ਪ੍ਰਤੀਕਰਮ ਦਿੱਤਾ ਗਿਆ। ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਵਰਕਰਾਂ ਤੇ ਜੋ ਤਸ਼ੱਦਦ ਕੀਤੀ ਗਈ ਹੈ ਉਹ ਨਿੰਦਨਯੋਗ ਹੈ। ਉਹਨਾਂ ਦੇ ਵੱਲੋਂ ਵੀ ਰਾਹੁਲ ਗਾਂਧੀ ਦੇ ਪੰਜਾਬ ਰੈਲੀ ਨੂੰ ਡਰਾਮਾ ਕਰਾਰ ਦਿੱਤਾ ਗਿਆ ਹੈ।
उन्होंने साफ किया है कि किसानों बारे राहुल गांधी कुछ भी नहीं जानते ने ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਹਮੇਸ਼ਾ ਕਰਦੇ ਰਹਿਣਗੇ। मैं समझती है कि अज साडा बहुत बड़ा धक्का होया, पर श्रोमणी अकाली दल के वर्कर इन्होंने कभी हौसला नहीं ढाया। ये पहले ही जेलों च भी जान गिजे है, इन्होंने लाठियां भी चलियां, सब कुछ किया, डांगा खादियां, मारा खादियां, मुजाहरे किए, धरने किए, पर घबरा के कभी अंदर नहीं बढ़े। इस तो वड्डे संघर्ष होंगे और ये सानू आस है कि असी इन्हां संघर्ष के नाल जो सरदार सुखबीर सिंह बादल प्रधान साहब ने शुरू किया, इस संघर्ष के नाल असी ये काला कानून जिहड़ा साडे किसानां दे खिलाफ बनिया, जिहड़ा कि कैप्टन सरकार ने पहले 14 अगस्त 2017 में लागू कर चुके हुए है, इन्होंने आप बनाया, इन्हें चोण मैनीफेस्टो दिता, इन्हें पार्लीमेंट की चोण में चोण मैनीफेस्टो दिता, हुण इन्होंने एमपीआं ने भी उत्थे वोट नहीं विरोध विच पाई, सगों उठ के आ गए। सो मेरा कहने तो भाव है कि अज जिहड़ी है लोड़ है समझण दी कि जे कोई राहुल गांधी वर्गा भी आंदा है, वो राहुल गांधी का की इत्थे आके करेगा की। पहले तो इन्होंने सरकार ने लागू किया हुआ है, अपनी सरकार को समझावे कि इन्हूं कैंसल करो। सो मैं जिथे की निंदा करती हैं उत्थे मैं ये कहांगी कि कभी भी इस तरह बंदे बगानियां वांगू ना समझो। अपने घर पंजाब की राजधानी है, पंजाब के लोगों की, जिसके पर पंजाबी खत्म करी जाते हो। हरियाणा जम्मू एंड कश्मीर के विच पंजाबी खत्म कर दी। सो ये सारिया चीज़ां जिहड़ियां अज दुखदाई है। किसानां दी लड़ाई असी तुर तक लड़ांगे जब तक ये जिहड़े वापस नहीं कीते जाण। ਉਧਰੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਉਹਨਾਂ ਸਾਰੇ ਅਕਾਲੀ ਵਰਕਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਕਿਸਾਨ ਮਾਰਚ ਵਿੱਚ ਪਾਰਟੀ ਦਾ ਸਾਥ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਦੇ ਵੱਲੋਂ ਸੰਘਰਸ਼ ਜਾਰੀ ਰਹੇਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਦਿਲ ਦੀ ਗਹਿਰਾਈਆਂ ਤੋਂ ਆਪਣੇ ਸਮੂਹ ਪੰਜਾਬੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਖਾਸ ਤੌਰ 'ਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਛੋਟੇ ਵਰਕਰਾਂ ਦਾ, ਲੀਡਰਾਂ ਦਾ, ਉਹਨਾਂ ਸਾਰੇ ਕਿਸਾਨਾਂ ਦਾ, ਆਪਣੇ ਭੈਣਾਂ ਦਾ, ਵੀਰਾਂ ਦਾ, ਜਿਨ੍ਹਾਂ ਨੇ ਕੱਲ੍ਹ ਦੀ ਇਸ ਕਿਸਾਨ ਰੋਸ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਬਹੁਤ ਵੱਡਾ ਹੁੰਗਾਰਾ ਦਿੱਤਾ। ਸਾਡੇ ਸਾਰਿਆਂ ਦੇ ਉਮੀਦ ਤੋਂ ਵੱਧ ਲੋਕਾਂ ਨੇ ਸਹਿਯੋਗ ਦਿੱਤਾ। ਜਿਸ ਤਰ੍ਹਾਂ ਦੇ ਨਾਲ ਤੁਸੀਂ ਹੁਮ ਹਮਾ ਕੇ ਪਹੁੰਚੇ, ਜਿੰਨੇ ਵੱਡੇ ਕਾਫਲੇ ਦੇਖਣ ਨੂੰ ਮਿਲੇ, ਇਹ ਸਾਰੇ ਮੈਨੂੰ ਲੱਗਦਾ ਹੈ ਦਿੱਲੀ ਤਾਈਂ ਤੁਹਾਡਾ ਸੁਨੇਹਾ ਗਿਆ ਹੈ ਕਿ ਅੱਜ ਪੰਜਾਬੀ ਸੜਕਾਂ ਤੇ ਉਤਰ ਆਏ ਹੈ ਤੇ ਆਪਣੀ ਹੱਕਾਂ ਦੀ ਲੜਾਈ ਵਾਸਤੇ ਵੱਡਾ ਛੋਟਾ ਬਜ਼ੁਰਗ ਨੌਜਵਾਨ ਬੀਬੀਆਂ ਸਾਰੇ ਇਸ ਲੜਾਈ ਵਿੱਚ ਸ਼ਾਮਿਲ ਨੇ। ਜਿੱਥੇ ਮੈਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ, ਉੱਥੇ ਮੈਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਕਿਵੇਂ ਸੂਬੇ ਦੀ ਸਰਕਾਰ ਨੇ ਬਾਰ-ਬਾਰ ਬੈਰੀਅਰ ਲਗਾ ਕੇ ਸਾਡੇ ਕਾਫਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇੱਕ ਪਾਸੇ ਕੈਪਟਨ ਸਾਹਿਬ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਹੈ, ਦੂਜੇ ਪਾਸੇ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਦਾ ਸੁਨੇਹਾ ਗਵਰਨਰ ਸਾਹਿਬ ਤਾਈਂ ਪਹੁੰਚਾਉਣ ਵਾਸਤੇ ਬਾਰ-ਬਾਰ ਬੈਰੀਅਰ ਲਗਾ ਕੇ ਸਾਡੇ ਕਾਫਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਤੇ ਫਿਰ ਜਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਨੇ ਸਾਡੇ ਨਾਲ ਤਸ਼ੱਦਦ ਕੀਤੀ, ਸਾਡੇ ਵਰਕਰਾਂ ਨੂੰ ਜਿਵੇਂ ਮਾਰਿਆ, ਕੁੱਟਿਆ, ਵਾਟਰ ਕੈਨਨ ਚਲਾਏ, ਫੜ ਕੇ ਸਾਨੂੰ ਥਾਣੇ ਵਿੱਚ ਪਾਤਾ। ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਜਿਹੜੀ ਪਾਰਟੀ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਆਵਾਜ਼ ਉਠਾ ਰਹੀ ਹੈ, ਲੇਕਿਨ ਉਹ ਪਾਰਟੀਆਂ ਜਿਹੜਾ ਪੰਜਾਬ ਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਇਹੋ ਜਿਹੇ ਕਾਲੇ ਕਾਨੂੰਨ ਲਾ ਰਹੇ ਨੇ ਤੇ ਫਿਰ ਆਪ ਦੇ ਪੁਲਿਸ ਦੇ ਜ਼ੋਰ ਤੇ ਜ਼ਬਰ ਦੇ ਨਾਲ ਲੋਕਾਂ ਨੂੰ ਮਾਰ ਕੁੱਟ ਵੀ ਰਹੇ ਨੇ। ਅੱਜ ਇੱਥੇ ਇਸ ਗੱਲ ਦਾ ਦੁੱਖ ਹੁੰਦਾ ਹੈ, ਲੇਕਿਨ ਮੈਂ ਜ਼ਰੂਰ ਇਹਨਾਂ ਨੂੰ ਸੁਨੇਹਾ ਦੇਣਾ ਚਾਹਾਂਗੀ ਕਿ ਭਾਵੇਂ ਕੇਂਦਰ ਦੀ ਸਰਕਾਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ, ਬਾਦਲ ਸਾਹਿਬ ਨੇ ਆਪਣੀ ਸਾਰੀ ਉਮਰ ਇਸ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਲਗਾਈ ਹੈ ਤੇ ਕਿਸੇ ਹਾਲਤ ਵਿੱਚ ਅਸੀਂ ਇਸ ਨੂੰ ਭੰਗ ਨਹੀਂ ਹੋਣ ਦੇਵਾਂਗੇ। ਲੇਕਿਨ ਆ ਵੀ ਜ਼ਰੂਰ ਕਵਾਂਗੇ ਕਿ ਕੱਲ ਸੰਘਰਸ਼ ਦੀ ਸ਼ੁਰੂਆਤ ਸੀ, ਅੱਜ ਉਹਨਾਂ ਨੇ ਸਾਨੂੰ ਗਵਰਨਰ ਸਾਹਿਬ ਤਾਈਂ ਨਹੀਂ ਪਹੁੰਚਣ ਦਿੱਤਾ। ਇਸ ਤੋਂ ਵੀ ਵੱਡਾ ਸੰਘਰਸ਼ ਲੜਾਂਗੇ। ਕੱਲੇ ਗਵਰਨਰ ਸਾਹਿਬ ਤਾਈਂ ਨਹੀਂ, ਪ੍ਰਧਾਨ ਮੰਤਰੀ ਤਾਈਂ ਆਪਣੀ ਆਵਾਜ਼ ਕੇਂਦਰ ਤਾਈਂ ਲੈ ਕੇ ਜਾਵਾਂਗੇ। ਸੋ ਅਗਲੀ ਖਬਰ ਦੀ ਵੱਲ ਵਧਦੇ ਹਾਂ, ਜਿੱਥੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲਵੇ ਵਿਭਾਗ ਦੇ ਵੱਲੋਂ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ। ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸੋ ਹਰਿਦੁਆਰ ਅੰਮ੍ਰਿਤਸਰ ਐਕਸਪ੍ਰੈਸ ਵੀ ਰੱਦ ਕਰ ਦਿੱਤੀ ਗਈ ਹੈ। ਨਵੀਂ ਦਿੱਲੀ ਜੰਮੂ ਤਵੀ ਰਾਜਧਾਨੀ ਐਕਸਪ੍ਰੈਸ ਨੂੰ ਵੀ ਰੱਦ ਕੀਤਾ ਗਿਆ ਹੈ। ਸੋ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਅਣਮਿੱਥੇ ਸਮੇਂ ਲਈ ਅੰਦੋਲਨ ਜਾਰੀ ਰੱਖਣ ਦੀ ਐਲਾਨ ਵੀ ਕੀਤਾ ਗਿਆ ਹੈ। ਸੋ ਇਸੇ ਨੂੰ ਲੈ ਕੇ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਕਈਆਂ ਦਾ ਰੂਟ ਬਦਲਿਆ ਗਿਆ ਹੈ।
ਸੋ ਦੱਸ ਦਈਏ ਕਿ ਕੁਝ ਟ੍ਰੇਨਾਂ ਨੂੰ 2 ਅਕਤੂਬਰ ਤੱਕ ਰੱਦ ਰੱਖਿਆ ਗਿਆ ਸੀ ਤੇ ਅੱਗੇ ਵੀ ਇਸ ਨੂੰ ਰੱਦ ਰੱਖਿਆ ਜਾਏਗਾ। ਇਸ ਤੋਂ ਇਲਾਵਾ ਹੋਰ ਵੀ ਕਈ ਟ੍ਰੇਨਾਂ ਨੇ ਜੋ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਸਨ, ਉਹਨਾਂ ਦੇ ਵਿੱਚੋਂ ਵੀ ਰੇਲਵੇ ਵਿਭਾਗ ਦੇ ਵੱਲੋਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ। ਸੋ ਕਿਸਾਨਾਂ ਦੇ ਵੱਲੋਂ ਅੰਦੋਲਨ ਵਿੱਢਿਆ ਗਿਆ ਹੈ, ਰੇਲ ਰੋਕੋ ਅੰਦੋਲਨ। ਇਸੇ ਦੇ ਮੱਦੇਨਜ਼ਰ ਟ੍ਰੇਨਾਂ ਦੇ ਰੂਟ ਬਦਲੇ ਗਏ ਨੇ, ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ। ਨਵੀਂ ਦਿੱਲੀ ਜੰਮੂ ਤਵੀ ਰਾਜਧਾਨੀ ਐਕਸਪ੍ਰੈਸ ਰੱਦ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਯਮੁਨਾ ਨਗਰ ਵੀ ਰੱਦ ਕਰ ਦਿੱਤੀ ਗਈ ਹੈ। ਕਈ ਟ੍ਰੇਨਾਂ ਰੱਦ ਨੇ ਤੇ ਕਈਆਂ ਦੇ ਰੂਟ ਬਦਲ ਦਿੱਤੇ ਗਏ ਨੇ। ਸੋ ਪੰਜਾਬ ਭਰ ਦੇ ਵਿੱਚ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਉੱਤੇ ਰੇਲਵੇ ਟਰੈਕ ਜਾਮ ਕੀਤੇ ਗਏ ਨੇ ਕਿਸਾਨਾਂ ਦੇ ਵੱਲੋਂ ਤੇ ਇਹ ਧਰਨਾ ਅਣਮਿੱਥੇ ਸਮੇਂ ਲਈ ਰੱਖਿਆ ਗਿਆ ਹੈ। ਸੋ ਇਸ ਦੇ ਮੱਦੇਨਜ਼ਰ ਹੀ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਨੇ ਤੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ। ਤੁਦਰੀ ਤਪਾ ਮੰਡੀ ਵਿਖੇ ਵੀ ਕਿਸਾਨਾਂ ਨੇ ਕੈਬਨਿਟ ਮੰਤਰੀ ਦਾ ਵਿਰੋਧ ਕੀਤਾ। ਦੱਸ ਦਈਏ ਕਿ ਗੁਰਪ੍ਰੀਤ ਕਾਂਗੜ ਦਾ ਇੱਥੇ ਜੰਮ ਕੇ ਵਿਰੋਧ ਦੇਖਣ ਨੂੰ ਮਿਲਿਆ ਹੈ ਅਤੇ ਕੈਬਨਿਟ ਮੰਤਰੀ ਨੇ ਸਟੇਡੀਅਮ ਦੇ ਦਾ ਉਦਘਾਟਨ ਕਰਨਾ ਸੀ, ਜਿਸ ਦੌਰਾਨ ਕਿਸਾਨਾਂ ਦੇ ਵੱਲੋਂ ਇਹ ਵਿਰੋਧ ਜ਼ਾਹਰ ਕੀਤਾ ਗਿਆ। ਬਰਨਾਲਾ ਦੇ ਪਿੰਡ ਰਾਇਸਰ 'ਚ ਉਦਘਾਟਨ ਕਰਨ ਦੇ ਲਈ ਪਹੁੰਚੇ ਸਨ ਗੁਰਪ੍ਰੀਤ ਕਾਂਗੜ ਅਤੇ ਕਿਸਾਨਾਂ ਦੇ ਵੱਲੋਂ ਇੱਥੇ ਉਹਨਾਂ ਦਾ ਵਿਰੋਧ ਕਰਦਿਆਂ ਹੋਇਆ ਨਾਅਰੇਬਾਜ਼ੀ ਕੀਤੀ ਗਈ। ਖੇਤੀ ਐਕਟ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਸੋ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਧਰਨਾ ਦੇ ਰਹੇ ਨੇ, ਵਿਰੋਧ ਕਰ ਰਹੇ ਨੇ ਤੇ ਇੱਥੇ ਉਦਘਾਟਨ ਕੀਤੇ ਜਾ ਰਹੇ ਨੇ। ਸੋ ਕੈਬਨਿਟ ਮੰਤਰੀ ਬਿਨਾਂ ਉਦਘਾਟਨ ਕੀਤੇ ਹੀ ਉੱਥੋਂ ਵਾਪਸ ਪਰਤੇ ਨੇ। ਜੇ ਸਾਨੂੰ ਪਤਾ ਲੱਗਿਆ ਵੀ ਇੱਥੇ ਜਿਹੜਾ ਕੈਬਨਿਟ ਮੰਤਰੀ ਆ ਪੰਜਾਬ ਸਰਕਾਰ ਦਾ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਮੰਤਰੀ, ਉਹ ਆ ਰਿਹਾ ਹੈਗਾ। ਉਹ ਇੱਥੇ ਕਿਸੇ ਸਕੂਲ ਦਾ ਉਦਘਾਟਨ ਕਰਨਾ, ਕਮਰਿਆਂ ਦਾ ਕੋਈ ਉਦਘਾਟਨ ਉਹ ਕਰਨ ਆ ਰਿਹਾ ਹੈਗਾ। ਪਰ ਅਸੀਂ ਜਦੋਂ ਉਦਘਾਟਨ ਕੀਤਾ ਸਾਨੂੰ ਇਹ ਸ਼ੰਕਾ ਗਾ ਵੀ ਪੁਲਿਸ ਨੇ ਉਹਨੂੰ ਪਰੇ ਉਰੇ ਦੀ ਨਿਗਾਹ ਨੂੰ ਭੂਤਾ ਕਿਤੇ ਆਇਆ ਤਾਂ ਸੀਗਾ, ਮੁੜ ਗਿਆ। ਇੱਕ ਹਲਕਾ ਇੰਚਾਰਜ ਇੱਥੋਂ ਦੀ ਉਹ ਅੰਦਰ ਸੀ, ਬੀਬੀ ਹਰਚੰਦ ਕੌਰ ਘਨੌਰੀ, ਉਹਨੂੰ ਇੱਥੇ ਲੋਕਾਂ ਨੇ ਉਹਨਾਂ ਚਿਰ 2-2.5 ਘੰਟੇ ਬੰਦੀ ਬਣਾਈ ਰੱਖਿਆ ਗਿਆ, ਅੰਦਰ ਹੀ ਲੋਕ ਬਾਹਰ ਬੈਠੇ ਰਹੇ। ਸਾਡੀਆਂ ਮੰਗਾਂ ਇਹ ਆ, ਸਾਡਾ ਕੋਈ ਵਿਅਕਤੀਗਤ ਕਿਸੇ ਨਾਲ ਸਾਡਾ ਜਿਹੜਾ ਰੌਲਾ ਨਹੀਂ, ਕੋਈ ਵਿਅਕਤੀਗਤ ਇਹ ਵਿਰੋਧੀ ਨਹੀਂ ਕਿਸੇ ਦੇ। ਇੱਥੋਂ ਦੀ ਪੰਚਾਇਤ ਉਹ ਸਾਡੇ ਭਰਾ ਨੇ, ਕਾਂਗਰਸੀ ਨੇ ਨਿੱਕੇ ਨਿੱਕੇ ਉਹ ਸਾਡੇ ਭਰਾ ਨੇ, ਦੁੱਖ ਸੁੱਖ ਦੇ ਵਿੱਚ ਹੀ ਖੜਦੇ ਆ। ਸਾਡੀ ਲੜਾਈ ਇਹ ਆ ਸਰਕਾਰ ਨਾਲ, ਸਰਕਾਰ ਦਾ ਇਹ ਮੰਤਰੀ ਇਹਦੀ ਜ਼ਿੰਮੇਵਾਰੀ ਬਣਦੀ ਹੈ। ਸਾਡੀ ਮੰਗ ਇਹ ਆ, ਸੀਐਮ ਨਾਲ ਮੀਟਿੰਗ ਹੋਈ 4 ਦਿਨ ਪਹਿਲਾਂ ਵੀ ਭਾਈ ਤੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਤੁਰੰਤ, ਇਹ ਆਰਡੀਨੈਂਸਾਂ ਦੇ ਖਿਲਾਫ ਜਿਹੜੇ ਕਾਨੂੰਨ ਬਣ ਚੁੱਕੇ ਆ ਉਹਦੇ ਵਿੱਚ ਪਾਸ ਕਰ ਵੀ ਮੈਂ ਲਾਗੂ ਨਹੀਂ ਹੋਣ ਦੂੰਗਾ ਪੰਜਾਬ ਦੇ ਵਿੱਚ। ਜਿਹੜੀ ਐਮਐਸਪੀ ਆ, ਮਿਨੀਮਮ ਸਪੋਰਟ ਪ੍ਰਾਈਸ, ਜਿਹੜੇ ਘੱਟੋ ਘੱਟ ਸਮਰਥਨ ਮੁੱਲ ਆ, ਵੀ ਮੈਂ ਇਦੋਂ ਘੱਟ ਜੈਂਟਸ ਪੰਜਾਬ ਦੇ ਵਿੱਚ ਖਰੀਦੇ। ਤੁਦਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਮੌਸਮ ਵਿੱਚ ਖੁੱਲੀ ਰਹਿਣ ਵਾਲੀ ਅਟਲ ਸੁਰੰਗ ਦਾ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿੱਚ ਉਦਘਾਟਨ ਕਰ ਰਹੇ ਨੇ। ਸੁਰੰਗ ਕਾਰਨ ਮਨਾਲੀ ਤੇ ਲੇਹ ਦਰਮਿਆਨ ਦੀ ਦੂਰੀ 46 ਕਿਲੋਮੀਟਰ ਘੱਟ ਹੋ ਜਾਏਗੀ ਅਤੇ ਯਾਤਰਾ ਦਾ ਸਮਾਂ ਵੀ 4 ਤੋਂ 5 ਘੰਟੇ ਘੱਟ ਹੋ ਜਾਏਗਾ। ਅਧਿਕਾਰੀਆਂ ਨੇ ਦੱਸਿਆ ਹੈ ਕਿ ਲਾਹੌਲ ਸਪੀਤੀ ਦੇ ਸੀਸੂ ਵਿੱਚ ਉਦਘਾਟਨ ਸਮਾਰੋਹ ਤੋਂ ਬਾਅਦ ਮੋਦੀ ਸੋਲਾਂਗ ਘਾਟੀ ਵਿੱਚ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲੈਣਗੇ। ਉਹਨਾਂ ਨੇ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਹੋਣਗੇ। तो जान तो पहले एक बार फिर नजर पाने ਹੁਣ तक ਦੀਆਂ ਹੈਡਲਾਈਨਸ ਦੇ ਵੱਲ। ਤਪਾ ਮੰਡੀ 'ਚ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦਾ ਕਿਸਾਨਾਂ ਨੇ ਕੀਤਾ ਤਿੱਖਾ ਵਿਰੋਧ। ਬਰਨਾਲਾ ਦੇ ਪਿੰਡ ਰਾਇਸਰ 'ਚ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚੇ ਸਨ ਕਾਂਗੜ। ਵਿਰੋਧ ਕਾਰਨ ਬਿਨਾਂ ਉਦਘਾਟਨ ਕੀਤੇ ਹੀ ਪਰਤੀ ਕੈਬਨਿਟ ਮੰਤਰੀ। ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ। ਟਰੈਕਸ ਤੇ ਡਟੀਆਂ ਨੇ ਕਿਸਾਨ ਜਥੇਬੰਦੀਆਂ। ਮਹਿਲਾਵਾਂ ਵੱਲੋਂ ਵੀ ਸੰਘਰਸ਼ ਵਿੱਚ ਸਾਥ ਦੇਣ ਦਾ ਐਲਾਨ। ਰੇਲਵੇ ਟਰੈਕ ਜਾਮ ਕਰ ਕੀਤੀ ਆਵਾਜ਼ ਬੁਲੰਦ। किसान अंदोलन के मद्देनजर रेलवे विभाग चौकस रद्द कीतियां गईयां कई ट्रेनां। कईयां दे बदले गए रूट। अमृतसर हरिद्वार समेत दिल्ली जम्मू राजधानी स्पैशल ट्रेनां भी रहणगियां रद्द।
ਅੱਜ ਦੇਸ਼ ਨੂੰ ਮਿਲੇਗੀ ਸਭ ਤੋਂ ਉੱਚੀ ਅਟਲ ਟਨਲ। पीएम मोदी करेंगे उद्घाटन। रक्षा मंत्री राजनाथ सिंह भी रहणगे मौजूद। मनाली ते लेह विचकार दी घटेगी दूरी। ਤੇ ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ। ਤੁਹਾਡਾ ਕੋਈ ਵੀ ਸੁਝਾਅ ਜਾਂ ਖਬਰਾਂ ਸੰਬੰਧੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਨੋਟ ਕਰ ਲਓ news@fastray.in। ਇਸ ਦੇ ਨਾਲ ਹੀ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastray.in ਤੇ ਹੁਣ ਮੈਂ ਦੀ ਇਜਾਜ਼ਤ। ਧੰਨਵਾਦ।